ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਜਿਵੇਂ ਜਿਵੇਂ ਅਮਰੀਕਾ ਤੇ ਉਸ ਦੇ ਭਾਈਵਾਲ ਨਾਟੋ ਮੁਲਕਾਂ ਨੇ ਅਫਗਾਨਿਸਤਾਨ 'ਚੋਂ ਆਪਣੀਆਂ ਫੌਜਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ, ਉਵੇਂ ਹੀ ਤਾਲਿਬਾਨ ਨੇ ਉੱਥੇ ਆਪਣਾ ਜ਼ੋਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਡੰਡੀ ਤਾਲਿਬਾਨ ਨੂੰ ਪਾਕਿਸਤਾਨ ਅਤੇ ਕੁਝ ਅਰਬ ਮੁਲਕਾਂ ਤੋਂ ਹਰ ਤਰ੍ਹਾਂ ਦੀ ਮਦਦ ਮਿਲਦੀ ਰਹੀ ਹੈ। ਡੰਡੀ ਉਸ ਦੀ ਦਹਿਸ਼ਤਗਰਦੀ ਦਾ ਤਾਣਾ-ਬਾਣਾ ਵੀ ਦੁਨੀਆ ਭਰ ਵਿੱਚ ਫੈਲਿਆ ਹੋਇਆ ਹੈ। ਡੰਡੀ ਅਲ-ਕਾਇਦਾ ਵਰਗੇ ਅਨੇਕਾਂ ਹੋਰ ਦਹਿਸ਼ਤਗਰਦ ਸੰਗਠਨਾਂ ਨਾਲ ਵੀ ਉਸ ਦਾ ਲੰਮੇ ਸਮੇਂ ਤੋਂ ਲਗਾਤਾਰ ਨਾਤਾ ਰਿਹਾ ਹੈ। ਡੰਡੀ ਅਮਰੀਕਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਤਾਲਿਬਾਨ ਨਾਲ ਹਰ ਪੱਧਰ 'ਤੇ ਗੱਲਬਾਤ ਕੀਤੀ ਜਾਂਦੀ ਰਹੀ ਹੈ। ਡੰਡੀ ਉਸ ਦੀ ਅਫਗਾਨਿਸਤਾਨ ਤੋਂ ਫੌਜਾਂ ਕੱਢਣ ਦੀ ਇੱਕ ਸ਼ਰਤ ਇਹ ਵੀ ਸੀ ਕਿ ਤਾਲਿਬਾਨ ਅਲ-ਕਾਇਦਾ ਅਤੇ ਹੋਰ ਅਜਿਹੇ ਸੰਗਠਨਾਂ ਨੂੰ ਸ਼ਹਿ ਅਤੇ ਸੁਰੱਖਿਆ ਨਹੀਂ ਦੇਵੇਗਾ, ਪਰ ਇਸ ਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਇਹ ਗੱਲ ਮਨਵਾਉਣੀ ਤਾਲਿਬਾਨ ਤੋਂ ਸੰਭਵ ਨਹੀਂ ਹੋਵੇਗੀ। ਡੰਡੀ ਪਹਿਰਾ ਦੁਨੀਆ ਭਰ ਵਿੱਚ ਫੈਲੇ ਅਤੇ ਨਕਸ਼ੇ ਵਿੱਚ ਇਸਲਾਮਿਕ ਸਟੇਟ ਉਲੀਕੀ ਬੈਠੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਲੜਾਈ ਵਿੱਚ ਅਮਰੀਕਾ ਹੋਰਾਂ ਦੇਸ਼ਾਂ ਵਿੱਚੋਂ ਮੋਢੀ ਰਿਹਾ ਹੈ। ਡੰਡੀ ਇਸ ਲਈ ਅਲ-ਕਾਇਦਾ ਅਤੇ ਹੋਰ ਸੰਗਠਨ ਉਸ ਦੇ ਖਿਲਾਫ ਸਰਗਰਮ ਰਹੇ ਹਨ। ਡੰਡੀ ਇਹ ਘਟਨਾਕ੍ਰਮ ਚਰਮ ਸੀਮਾ 'ਤੇ 11 ਸਤੰਬਰ 2001 ਨੂੰ ਉਸ ਸਮੇਂ ਪੁੱਜਾ ਸੀ ਜਦੋਂ ਅਲ-ਕਾਇਦਾ ਨੇ ਆਪਣੀ ਇੱਕ ਵੱਡੀ ਕਾਰਵਾਈ ਨਾਲ ਨਿਊਯਾਰਕ ਵਿੱਚ ਅਮਰੀਕਾ ਦੇ ਸਭ ਤੋਂ ਉੱਚੇ ਟਾਵਰਾਂ ਨੂੰ ਤਹਿਸ਼-ਨਹਿਸ਼ ਕਰ ਦਿੱਤਾ ਸੀ ਅਤੇ ਉਸ ਦੇ ਪੈਂਟਾਗਨ ਸਥਿਤ ਸੁਰੱਖਿਆ ਦਫ਼ਤਰ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ। ਡੰਡੀ ਇਸ ਕਾਰਵਾਈ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਡੰਡੀ ਮਹਾਸ਼ਕਤੀ ਅਮਰੀਕਾ ਲਈ ਇਹ ਅੱਤਵਾਦੀਆਂ ਵੱਲੋਂ ਸਭ ਤੋਂ ਵੱਡੀ ਚੁਣੌਤੀ ਸੀ। ਡੰਡੀ ਉਸ ਸਮੇਂ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਸੀ। ਡੰਡੀ ਅਲ-ਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਨੇ ਇੱਥੇ ਸ਼ਰਨ ਲਈ ਹੋਈ ਸੀ ਅਤੇ ਉੱਥੋਂ ਹੀ ਉਹ ਦੁਨੀਆ ਭਰ ਵਿੱਚ ਹਿੰਸਕ ਕਾਰਵਾਈਆਂ ਦੀਆਂ ਧਮਕੀਆਂ ਦੇ ਰਿਹਾ ਸੀ। ਡੰਡੀ ਅਮਰੀਕਾ ਦੀਆਂ ਚੇਤਾਵਨੀਆਂ ਦੀ ਉਸ ਸਮੇਂ ਤਾਲਿਬਾਨ ਮੁਖੀ ਉਮਰ ਮੁੱਲਾ ਨੇ ਕੋਈ ਪਰਵਾਹ ਨਹੀਂ ਸੀ ਕੀਤੀ। ਡੰਡੀ ਉਸ ਤੋਂ ਬਾਅਦ ਅਫਗਾਨਿਸਤਾਨ 'ਤੇ ਅਮਰੀਕੀ ਹਮਲੇ ਨੇ
ਇੱਕ ਤਰ੍ਹਾਂ ਨਾਲ ਉਸ ਮੁਲਕ ਨੂੰ ਤਬਾਹ ਹੀ ਕਰ ਦਿੱਤਾ ਸੀ ਅਤੇ ਤਾਲਿਬਾਨ ਦੀ ਹਕੂਮਤ ਸਟੋਪ। ਵੈਲਕਮ ਪੰਜਾਬੀ shorthand.com। ਬੀ ਰੈਡੀ, ਸਟਾਰਟ। ਜਿਵੇਂ ਜਿਵੇਂ ਅਮਰੀਕਾ ਤੇ ਉਸ ਦੇ ਭਾਈਵਾਲ ਨਾਟੋ ਮੁਲਕਾਂ ਨੇ ਅਫਗਾਨਿਸਤਾਨ 'ਚੋਂ ਆਪਣੀਆਂ ਫੌਜਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ, ਉਵੇਂ ਹੀ ਤਾਲਿਬਾਨ ਨੇ ਉੱਥੇ ਆਪਣਾ ਜ਼ੋਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਡੰਡੀ ਤਾਲਿਬਾਨ ਨੂੰ ਪਾਕਿਸਤਾਨ ਅਤੇ ਕੁਝ ਅਰਬ ਮੁਲਕਾਂ ਤੋਂ ਹਰ ਤਰ੍ਹਾਂ ਦੀ ਮਦਦ ਮਿਲਦੀ ਰਹੀ ਹੈ। ਡੰਡੀ ਉਸ ਦੀ ਦਹਿਸ਼ਤਗਰਦੀ ਦਾ ਤਾਣਾ-ਬਾਣਾ ਵੀ ਦੁਨੀਆ ਭਰ ਵਿੱਚ ਫੈਲਿਆ ਹੋਇਆ ਹੈ। ਡੰਡੀ ਅਲ-ਕਾਇਦਾ ਵਰਗੇ ਅਨੇਕਾਂ ਹੋਰ ਦਹਿਸ਼ਤਗਰਦ ਸੰਗਠਨਾਂ ਨਾਲ ਵੀ ਉਸ ਦਾ ਲੰਮੇ ਸਮੇਂ ਤੋਂ ਲਗਾਤਾਰ ਨਾਤਾ ਰਿਹਾ ਹੈ। ਡੰਡੀ ਅਮਰੀਕਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਤਾਲਿਬਾਨ ਨਾਲ ਹਰ ਪੱਧਰ 'ਤੇ ਗੱਲਬਾਤ ਕੀਤੀ ਜਾਂਦੀ ਰਹੀ ਹੈ। ਡੰਡੀ ਉਸ ਦੀ ਅਫਗਾਨਿਸਤਾਨ ਤੋਂ ਫੌਜਾਂ ਕੱਢਣ ਦੀ ਇੱਕ ਸ਼ਰਤ ਇਹ ਵੀ ਸੀ ਕਿ ਤਾਲਿਬਾਨ ਅਲ-ਕਾਇਦਾ ਅਤੇ ਹੋਰ ਅਜਿਹੇ ਸੰਗਠਨਾਂ ਨੂੰ ਸ਼ਹਿ ਅਤੇ ਸੁਰੱਖਿਆ ਨਹੀਂ ਦੇਵੇਗਾ। ਪਰ ਇਸ ਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਇਹ ਗੱਲ ਮਨਵਾਉਣੀ ਤਾਲਿਬਾਨ ਤੋਂ ਸੰਭਵ ਨਹੀਂ ਹੋਵੇਗੀ। ਡੰਡੀ ਪਹਿਰਾ ਦੁਨੀਆ ਭਰ ਵਿੱਚ ਫੈਲੇ ਅਤੇ ਨਕਸ਼ੇ ਵਿੱਚ ਇਸਲਾਮਿਕ ਸਟੇਟ ਉਲੀਕੀ ਬੈਠੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਲੜਾਈ ਵਿੱਚ ਅਮਰੀਕਾ ਹੋਰਾਂ ਦੇਸ਼ਾਂ ਵਿੱਚੋਂ ਮੋਢੀ ਰਿਹਾ ਹੈ। ਡੰਡੀ ਇਸ ਲਈ ਅਲ-ਕਾਇਦਾ ਅਤੇ ਹੋਰ ਸੰਗਠਨ ਉਸ ਦੇ ਖਿਲਾਫ ਸਰਗਰਮ ਰਹੇ ਹਨ। ਡੰਡੀ ਇਹ ਘਟਨਾਕ੍ਰਮ ਚਰਮ ਸੀਮਾ 'ਤੇ 11 ਸਤੰਬਰ 2001 ਨੂੰ ਉਸ ਸਮੇਂ ਪੁੱਜਾ ਸੀ ਜਦੋਂ ਅਲ-ਕਾਇਦਾ ਨੇ ਆਪਣੀ ਇੱਕ ਵੱਡੀ ਕਾਰਵਾਈ ਨਾਲ ਨਿਊਯਾਰਕ ਵਿੱਚ ਅਮਰੀਕਾ ਦੇ ਸਭ ਤੋਂ ਉੱਚੇ ਟਾਵਰਾਂ ਨੂੰ ਤਹਿਸ-ਨਹਿਸ ਕਰ ਦਿੱਤਾ ਸੀ ਅਤੇ ਉਸ ਦੇ ਪੈਂਟਾਗਨ ਸਥਿਤ ਸੁਰੱਖਿਆ ਦਫ਼ਤਰ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ। ਡੰਡੀ ਇਸ ਕਾਰਵਾਈ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਡੰਡੀ ਮਹਾਸ਼ਕਤੀ ਅਮਰੀਕਾ ਲਈ ਇਹ ਅੱਤਵਾਦੀਆਂ ਵੱਲੋਂ ਸਭ ਤੋਂ ਵੱਡੀ ਚੁਣੌਤੀ ਸੀ। ਡੰਡੀ ਉਸ ਸਮੇਂ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਸੀ। ਡੰਡੀ ਅਲ-ਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਨੇ ਇੱਥੇ ਸ਼ਰਨ ਲਈ ਹੋਈ ਸੀ ਅਤੇ ਉੱਥੋਂ ਹੀ ਉਹ ਦੁਨੀਆ ਭਰ ਵਿੱਚ ਹਿੰਸਕ ਕਾਰਵਾਈਆਂ ਦੀਆਂ ਧਮਕੀਆਂ ਦੇ ਰਿਹਾ ਸੀ। ਡੰਡੀ ਅਮਰੀਕਾ ਦੀਆਂ ਚੇਤਾਵਨੀਆਂ ਦੀ ਉਸ ਸਮੇਂ ਤਾਲਿਬਾਨ ਮੁਖੀ ਉਮਰ ਮੁੱਲਾ ਨੇ ਕੋਈ ਪਰਵਾਹ ਨਹੀਂ ਸੀ ਕੀਤੀ। ਡੰਡੀ ਉਸ ਤੋਂ ਬਾਅਦ ਅਫਗਾਨਿਸਤਾਨ 'ਤੇ ਅਮਰੀਕੀ ਹਮਲੇ ਨੇ ਇੱਕ ਤਰ੍ਹਾਂ ਨਾਲ ਉਸ ਮੁਲਕ ਨੂੰ ਤਬਾਹ ਹੀ ਕਰ ਦਿੱਤਾ ਸੀ ਅਤੇ ਤਾਲਿਬਾਨ ਦੀ ਹਕੂਮਤ ਖਤਮ ਕਰਕੇ ਉੱਥੇ ਤਾਲਿਬਾਨ ਵਿਰੋਧੀ ਪਾਰਟੀਆਂ ਨੂੰ ਪ੍ਰਸ਼ਾਸਨ ਸਾਂਭਣ ਦਾ ਮੌਕਾ ਦਿੱਤਾ ਸੀ ਅਤੇ ਅਮਰੀਕਾ ਨੇ ਉਨ੍ਹਾਂ ਦੀ ਮਦਦ ਲਈ ਆਪਣੀਆਂ ਫੌਜਾਂ ਦੇ ਉੱਥੇ ਪੱਕੇ ਟਿਕਾਣੇ ਬਣਾ ਦਿੱਤੇ ਸਨ। ਡੰਡੀ ਇਸ ਦੇ ਬਾਵਜੂਦ ਪਿਛਲੇ
20 ਸਾਲ ਤੋਂ ਅਫਗਾਨਿਸਤਾਨ ਵਿੱਚ ਗ੍ਰਹਿ ਯੁੱਧ ਚੱਲਦਾ ਆ ਰਿਹਾ ਹੈ, ਪਰ ਇਸ ਦੇ ਨਾਲ-ਨਾਲ ਅੱਤਵਾਦੀ ਸੰਗਠਨਾਂ ਦੇ ਵਿਰੋਧ ਵਿੱਚ ਭਾਰਤ ਸਮੇਤ ਦੁਨੀਆ ਦੇ ਬਹੁਤੇ ਮੁਲਕਾਂ ਨੇ ਤਤਕਾਲੀ ਅਫਗਾਨ ਸਰਕਾਰਾਂ ਦੀ ਮਦਦ ਵੀ ਕੀਤੀ ਹੈ। ਡੰਡੀ ਸਟੋਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਜਿਵੇਂ ਜਿਵੇਂ ਅਮਰੀਕਾ ਤੇ ਉਸ ਦੇ ਭਾਈਵਾਲ ਨਾਟੋ ਮੁਲਕਾਂ ਨੇ ਅਫਗਾਨਿਸਤਾਨ 'ਚੋਂ ਆਪਣੀਆਂ ਫੌਜਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ, ਉਵੇਂ-ਉਵੇਂ ਹੀ ਤਾਲਿਬਾਨ ਨੇ ਉੱਥੇ ਆਪਣਾ ਜ਼ੋਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਡੰਡੀ ਤਾਲਿਬਾਨ ਨੂੰ ਪਾਕਿਸਤਾਨ ਅਤੇ ਕੁਝ ਅਰਬ ਮੁਲਕਾਂ ਤੋਂ ਹਰ ਤਰ੍ਹਾਂ ਦੀ ਮਦਦ ਮਿਲਦੀ ਰਹੀ ਹੈ। ਡੰਡੀ ਉਸ ਦੀ ਦਹਿਸ਼ਤਗਰਦੀ ਦਾ ਤਾਣਾ-ਬਾਣਾ ਵੀ ਦੁਨੀਆ ਭਰ ਵਿੱਚ ਫੈਲਿਆ ਹੋਇਆ ਹੈ। ਡੰਡੀ ਅਲ-ਕਾਇਦਾ ਵਰਗੇ ਅਨੇਕਾਂ ਹੋਰ ਦਹਿਸ਼ਤਗਰਦ ਸੰਗਠਨਾਂ ਨਾਲ ਵੀ ਉਸ ਦਾ ਲੰਮੇ ਸਮੇਂ ਤੋਂ ਲਗਾਤਾਰ ਨਾਤਾ ਰਿਹਾ ਹੈ। ਡੰਡੀ ਅਮਰੀਕਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਤਾਲਿਬਾਨ ਨਾਲ ਹਰ ਪੱਧਰ 'ਤੇ ਗੱਲਬਾਤ ਕੀਤੀ ਜਾਂਦੀ ਰਹੀ ਹੈ। ਡੰਡੀ ਉਸ ਦੀ ਅਫਗਾਨਿਸਤਾਨ ਤੋਂ ਫੌਜਾਂ ਕੱਢਣ ਦੀ ਇੱਕ ਸ਼ਰਤ ਇਹ ਵੀ ਸੀ ਕਿ ਤਾਲਿਬਾਨ ਅਲ-ਕਾਇਦਾ ਅਤੇ ਹੋਰ ਅਜਿਹੇ ਸੰਗਠਨਾਂ ਨੂੰ ਸ਼ਹਿ ਅਤੇ ਸੁਰੱਖਿਆ ਨਹੀਂ ਦੇਵੇਗਾ, ਪਰ ਇਸ ਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਇਹ ਗੱਲ ਮਨਵਾਉਣੀ ਤਾਲਿਬਾਨ ਤੋਂ ਸੰਭਵ ਨਹੀਂ ਹੋਵੇਗੀ। ਡੰਡੀ ਪਹਿਰਾ ਦੁਨੀਆ ਭਰ ਵਿੱਚ ਫੈਲੇ ਅਤੇ ਨਕਸ਼ੇ ਵਿੱਚ ਇਸਲਾਮਿਕ ਸਟੇਟ ਉਲੀਕੀ ਬੈਠੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਲੜਾਈ ਵਿੱਚ ਅਮਰੀਕਾ ਹੋਰਾਂ ਦੇਸ਼ਾਂ ਵਿੱਚੋਂ ਮੋਢੀ ਰਿਹਾ ਹੈ। ਡੰਡੀ ਇਸ ਲਈ ਅਲ-ਕਾਇਦਾ ਅਤੇ ਹੋਰ ਸੰਗਠਨ ਉਸ ਦੇ ਖਿਲਾਫ ਸਰਗਰਮ ਰਹੇ ਹਨ। ਡੰਡੀ ਇਹ ਘਟਨਾਕ੍ਰਮ ਚਰਮ ਸੀਮਾ 'ਤੇ 11 ਸਤੰਬਰ 2001 ਨੂੰ ਉਸ ਸਮੇਂ ਪੁੱਜਾ ਸੀ ਜਦੋਂ ਅਲ-ਕਾਇਦਾ ਨੇ ਆਪਣੀ ਇੱਕ ਵੱਡੀ ਕਾਰਵਾਈ ਨਾਲ ਨਿਊਯਾਰਕ ਵਿੱਚ ਅਮਰੀਕਾ ਦੇ ਸਭ ਤੋਂ ਉੱਚੇ ਟਾਵਰਾਂ ਨੂੰ ਤਹਿਸ਼-ਨਹਿਸ਼ ਕਰ ਦਿੱਤਾ ਸੀ ਅਤੇ ਉਸ ਦੇ ਪੈਂਟਾਗਨ ਸਥਿਤ ਸੁਰੱਖਿਆ ਦਫ਼ਤਰ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ। ਡੰਡੀ ਇਸ ਕਾਰਵਾਈ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਡੰਡੀ ਮਹਾਸ਼ਕਤੀ ਅਮਰੀਕਾ ਲਈ ਇਹ ਅੱਤਵਾਦੀਆਂ ਵੱਲੋਂ ਸਭ ਤੋਂ ਵੱਡੀ ਚੁਣੌਤੀ ਸੀ। ਡੰਡੀ ਉਸ ਸਮੇਂ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਸੀ। ਡੰਡੀ ਅਲ-ਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਨੇ ਇੱਥੇ ਸ਼ਰਨ ਲਈ ਹੋਈ ਸੀ ਅਤੇ ਉੱਥੋਂ ਹੀ ਉਹ ਦੁਨੀਆ ਭਰ ਵਿੱਚ
ਹਿੰਸਕ ਕਾਰਵਾਈਆਂ ਦੀਆਂ ਧਮਕੀਆਂ ਦੇ ਰਿਹਾ ਸੀ। ਡੰਡੀ ਅਮਰੀਕਾ ਦੀਆਂ ਚੇਤਾਵਨੀਆਂ ਦੀ ਉਸ ਸਮੇਂ ਤਾਲਿਬਾਨ ਮੁਖੀ ਉਮਰ ਮੁੱਲਾ ਨੇ ਕੋਈ ਪਰਵਾਹ ਨਹੀਂ ਸੀ ਕੀਤੀ। ਡੰਡੀ ਉਸ ਤੋਂ ਬਾਅਦ ਅਫਗਾਨਿਸਤਾਨ 'ਤੇ ਅਮਰੀਕੀ ਹਮਲੇ ਨੇ ਇੱਕ ਤਰ੍ਹਾਂ ਨਾਲ ਉਸ ਮੁਲਕ ਨੂੰ ਤਬਾਹ ਹੀ ਕਰ ਦਿੱਤਾ ਸੀ ਅਤੇ ਤਾਲਿਬਾਨ ਦੀ ਹਕੂਮਤ ਸਟਾਪ। ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਜਿਵੇਂ ਜਿਵੇਂ ਅਮਰੀਕਾ ਤੇ ਉਸ ਦੇ ਭਾਈਵਾਲ ਨਾਟੋ ਮੁਲਕਾਂ ਨੇ ਅਫਗਾਨਿਸਤਾਨ ਚੋਂ ਆਪਣੀਆਂ ਫੌਜਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ, ਉਵੇਂ ਹੀ ਤਾਲਿਬਾਨ ਨੇ ਉੱਥੇ ਆਪਣਾ ਜ਼ੋਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਡੰਡੀ ਤਾਲਿਬਾਨ ਨੂੰ ਪਾਕਿਸਤਾਨ ਅਤੇ ਕੁਝ ਅਰਬ ਮੁਲਕਾਂ ਤੋਂ ਹਰ ਤਰ੍ਹਾਂ ਦੀ ਮਦਦ ਮਿਲਦੀ ਰਹੀ ਹੈ। ਡੰਡੀ ਉਸ ਦੀ ਦਹਿਸ਼ਤਗਰਦੀ ਦਾ ਤਾਣਾ ਬਾਣਾ ਵੀ ਦੁਨੀਆ ਭਰ ਵਿੱਚ ਫੈਲਿਆ ਹੋਇਆ ਹੈ। ਡੰਡੀ ਅਲ-ਕਾਇਦਾ ਵਰਗੇ ਅਨੇਕਾਂ ਹੋਰ ਦਹਿਸ਼ਤਗਰਦ ਸੰਗਠਨਾਂ ਨਾਲ ਵੀ ਉਸ ਦਾ ਲੰਮੇ ਸਮੇਂ ਤੋਂ ਲਗਾਤਾਰ ਨਾਤਾ ਰਿਹਾ ਹੈ। ਡੰਡੀ ਅਮਰੀਕਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਤਾਲਿਬਾਨ ਨਾਲ ਹਰ ਪੱਧਰ ਤੇ ਗੱਲਬਾਤ ਕੀਤੀ ਜਾਂਦੀ ਰਹੀ ਹੈ। ਡੰਡੀ ਉਸ ਦੀ ਅਫਗਾਨਿਸਤਾਨ ਤੋਂ ਫੌਜਾਂ ਕੱਢਣ ਦੀ ਇੱਕ ਸ਼ਰਤ ਇਹ ਵੀ ਸੀ ਕਿ ਤਾਲਿਬਾਨ ਅਲ-ਕਾਇਦਾ ਅਤੇ ਹੋਰ ਅਜਿਹੇ ਸੰਗਠਨਾਂ ਨੂੰ ਸ਼ਹਿ ਅਤੇ ਸੁਰੱਖਿਆ ਨਹੀਂ ਦੇਵੇਗਾ। ਪਰ ਇਸ ਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਇਹ ਗੱਲ ਮਨਵਾਉਣੀ ਤਾਲਿਬਾਨ ਤੋਂ ਸੰਭਵ ਨਹੀਂ ਹੋਵੇਗੀ। ਡੰਡੀ ਪੈਰਾ ਦੁਨੀਆ ਭਰ ਵਿੱਚ ਫੈਲੇ ਅਤੇ ਨਕਸ਼ੇ ਵਿੱਚ ਇਸਲਾਮਿਕ ਸਟੇਟ ਉਲੀਕੀ ਬੈਠੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਲੜਾਈ ਵਿੱਚ ਅਮਰੀਕਾ ਹੋਰਾਂ ਦੇਸ਼ਾਂ ਵਿੱਚੋਂ ਮੋਢੀ ਰਿਹਾ ਹੈ। ਡੰਡੀ ਇਸ ਲਈ ਅਲ-ਕਾਇਦਾ ਅਤੇ ਹੋਰ ਸੰਗਠਨ ਉਸ ਦੇ ਖਿਲਾਫ ਸਰਗਰਮ ਰਹੇ ਹਨ। ਡੰਡੀ ਇਹ ਘਟਨਾਕ੍ਰਮ ਚਰਮ ਸੀਮਾ ਤੇ 11 ਸਤੰਬਰ 2001 ਨੂੰ ਉਸ ਸਮੇਂ ਪੁੱਜਾ ਸੀ ਜਦੋਂ ਅਲ-ਕਾਇਦਾ ਨੇ ਆਪਣੀ ਇੱਕ ਵੱਡੀ ਕਾਰਵਾਈ ਨਾਲ ਨਿਊਯਾਰਕ ਵਿੱਚ ਅਮਰੀਕਾ ਦੇ ਸਭ ਤੋਂ ਉੱਚੇ ਟਾਵਰਾਂ ਨੂੰ ਤਹਿਸ-ਨਹਿਸ ਕਰ ਦਿੱਤਾ ਸੀ ਅਤੇ ਉਸ ਦੇ ਪੈਂਟਾਗਨ ਸਥਿਤ ਸੁਰੱਖਿਆ ਦਫ਼ਤਰ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ। ਡੰਡੀ ਇਸ ਕਾਰਵਾਈ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਡੰਡੀ ਮਹਾਸ਼ਕਤੀ ਅਮਰੀਕਾ ਲਈ ਇਹ ਅੱਤਵਾਦੀਆਂ ਵੱਲੋਂ ਸਭ ਤੋਂ ਵੱਡੀ ਚੁਣੌਤੀ ਸੀ। ਡੰਡੀ ਉਸ ਸਮੇਂ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਸੀ। ਡੰਡੀ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੇ ਇੱਥੇ ਸ਼ਰਨ ਲਈ ਹੋਈ ਸੀ ਅਤੇ ਉੱਥੋਂ ਹੀ ਉਹ ਦੁਨੀਆ ਭਰ ਵਿੱਚ ਹਿੰਸਕ ਕਾਰਵਾਈਆਂ ਦੀਆਂ ਧਮਕੀਆਂ ਦੇ ਰਿਹਾ ਸੀ। ਡੰਡੀ ਅਮਰੀਕਾ ਦੀਆਂ ਚੇਤਾਵਨੀਆਂ ਦੀ ਉਸ ਸਮੇਂ ਤਾਲਿਬਾਨ ਮੁਖੀ ਉਮਰ ਮੁੱਲਾ ਨੇ ਕੋਈ ਪਰਵਾਹ ਨਹੀਂ ਸੀ ਕੀਤੀ। ਡੰਡੀ ਉਸ ਤੋਂ ਬਾਅਦ ਅਫਗਾਨਿਸਤਾਨ ਤੇ ਅਮਰੀਕੀ ਹਮਲੇ ਨੇ ਇੱਕ ਤਰ੍ਹਾਂ ਨਾਲ ਉਸ ਮੁਲਕ ਨੂੰ ਤਬਾਹ ਹੀ ਕਰ ਦਿੱਤਾ ਸੀ ਅਤੇ ਤਾਲਿਬਾਨ ਦੀ ਹਕੂਮਤ ਖਤਮ ਕਰਕੇ ਉੱਥੇ ਤਾਲਿਬਾਨ ਵਿਰੋਧੀ ਪਾਰਟੀਆਂ ਨੂੰ ਪ੍ਰਸ਼ਾਸਨ ਸਾਂਭਣ ਦਾ ਮੌਕਾ ਦਿੱਤਾ ਗਿਆ ਸੀ ਅਤੇ ਅਮਰੀਕਾ ਨੇ ਉਹਨਾਂ ਦੀ ਮਦਦ ਲਈ ਆਪਣੀਆਂ ਫੌਜਾਂ ਦੇ ਉੱਥੇ ਪੱਕੇ ਟਿਕਾਣੇ ਬਣਾ ਦਿੱਤੇ ਸਨ। ਡੰਡੀ ਪੈਰਾ ਇਸ ਦੇ ਬਾਵਜੂਦ ਪਿਛਲੇ 20 ਸਾਲ ਤੋਂ ਅਫਗਾਨਿਸਤਾਨ ਵਿੱਚ ਗ੍ਰਹਿ ਯੁੱਧ ਚੱਲਦਾ ਆ ਰਿਹਾ ਹੈ, ਪਰ ਇਸ ਦੇ ਨਾਲ ਅੱਤਵਾਦੀ ਸੰਗਠਨਾਂ ਦੇ ਵਿਰੋਧ ਵਿੱਚ ਭਾਰਤ ਸਮੇਤ ਦੁਨੀਆ ਦੇ ਬਹੁਤੇ ਮੁਲਕਾਂ ਨੇ ਤਤਕਾਲੀ ਅਫਗਾਨ ਸਰਕਾਰਾਂ ਦੀ ਮਦਦ ਵੀ ਕੀਤੀ ਹੈ। ਡੰਡੀ ਉਹਨਾਂ ਦੀ ਹਕੂਮਤ ਨੂੰ ਸਰਕਾਰੀ ਤੌਰ ਤੇ ਮੰਨ ਕੇ ਆਪਣੇ ਸਫਾਰਤਖਾਨੇ ਵੀ ਉੱਥੇ ਖੋਲ੍ਹੇ ਹਨ। ਡੰਡੀ ਭਾਰਤ ਨੇ ਤਬਾਹ
ਹੋਏ ਇਸ ਮੁਲਕ ਦੀ ਮੁੜ ਉਸਾਰੀ ਲਈ ਆਪਣੇ ਵੱਲੋਂ ਵੱਡੀ ਮਦਦ ਜਾਰੀ ਰੱਖੀ ਹੈ। ਡੰਡੀ ਤਾਲਿਬਾਨ ਦੀ ਪਹਿਲੀ ਹਕੂਮਤ ਸਮੇਂ ਜਿਸ ਸਖਤੀ ਨਾਲ ਉੱਥੇ ਸ਼ਰੀਅਤ ਕਾਨੂੰਨ ਲਾਗੂ ਕੀਤੇ ਗਏ, ਜਿਸ ਤਰ੍ਹਾਂ ਆਮ ਲੋਕਾਂ ਦੇ ਅਧਿਕਾਰ ਖਤਮ ਕੀਤੇ ਗਏ, ਵਿਸ਼ੇਸ਼ ਤੌਰ ਤੇ ਔਰਤਾਂ ਨੂੰ ਸਖਤ ਸ਼ਰੀਅਤ ਕਾਨੂੰਨਾਂ ਅਧੀਨ ਰਹਿਣ ਲਈ ਮਜਬੂਰ ਕੀਤਾ ਗਿਆ ਅਤੇ ਇਸ ਦੇ ਨਾਲ-ਨਾਲ ਆਪਣੇ ਵਿਰੋਧੀਆਂ ਦਾ ਕਰੂਰਤਾ ਭਰੇ ਢੰਗ ਨਾਲ ਸਫਾਇਆ ਕੀਤਾ ਗਿਆ, ਉਸ ਨਾਲ ਕੁਝ ਇੱਕ ਕੱਟੜ ਇਸਲਾਮਿਕ ਮੁਲਕਾਂ ਤੋਂ ਇਲਾਵਾ ਦੁਨੀਆ ਭਰ ਦੇ ਦੇਸ਼ ਉਹਨਾਂ ਦੇ ਖਿਲਾਫ ਹੋ ਗਏ ਸਨ। ਡੰਡੀ ਇਸੇ ਸਾਰੇ ਸਮੇਂ ਦੌਰਾਨ ਪਾਕਿਸਤਾਨ ਆਪਣੀ ਦੋਗਲੀ ਨੀਤੀ ਤੇ ਚੱਲਦਾ ਰਿਹਾ, ਜੋ ਸਮਾਂ ਪਾ ਕੇ ਕੌਮਾਂਤਰੀ ਮੰਚ ਤੇ ਸਪਸ਼ਟ ਹੋਣੀ ਸ਼ੁਰੂ ਹੋ ਗਈ ਸੀ। ਡੰਡੀ ਹੁਣ ਵੀ ਅਫਗਾਨਿਸਤਾਨ ਵਿੱਚ